पांवटा साहिब में विकसित भारत संकल्प सभा के अंतर्गत आयोजित कार्यक्रम में उस समय विवाद खड़ा हो गया जब मंच से कथित रूप से चीमा कीमा नहीं चलेंगे जैसे आपत्तिजनक नारे लगाए गए। यह नारे सिख समुदाय से जुड़े एसडीएम के संदर्भ में बोले गए, जिससे सिख समाज में भारी रोष फैल गया है। सिख संगठनों और स्थानीय नागरिकों का कहना है कि भाजपा नेताओं द्वारा इस तरह की भाषा का इस्तेमाल न केवल समुदाय की भावनाओं को आहत करता है, बल्कि यह समाज में विभाजन पैदा करने वाला व्यवहार है। सिख प्रतिनिधियों ने आरोप लगाया कि भगवा वस्त्र पहनकर कार्यक्रम में शामिल हुए भाजपा समर्थकों ने नफरत फैलाने का प्रयास किया और सिख कौम के प्रति दुर्भावनाओं को खुले तौर पर जाहिर किया। सिख संगठनों ने भाजपा नेताओं पर सिख समाज का अपमान करने का आरोप लगाया है और कहा है कि प्रधानमंत्री नरेंद्र मोदी जहां गुरुद्वारों में माथा टेकते हैं और सिखों को सम्मान देने की बात करते हैं, वहीं हिमाचल में भाजपा के नेता उनके विपरीत आचरण कर रहे हैं। विवाद के चलते अब इस पूरे मामले की निष्पक्ष जांच और सार्वजनिक माफी की मांग उठ रही है। सिख समुदाय ने चेतावनी दी है कि यदि इस विषय को गंभीरता से नहीं लिया गया तो आने वाले समय में बड़े स्तर पर आंदोलन किया जाएगा। वाहिगुरू जी की फतेह। ਅੱਜ ਸਾਡੇ ਇੱਥੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕਰਨ ਦਾ ਜੋ ਮੁੱਦਾ ਹੈ, ਪਿਛਲੇ 5-6 ਦਿਨਾਂ ਤੋਂ ਇੱਕ ਜਿਹੜਾ ਮੁੱਦਾ ਪਾਉਂਟਾ ਸਾਹਿਬ ਦੇ ਵਿੱਚ ਭੜਕ ਰਿਹਾ ਹੈ, ਬਹੁਤ ਜ਼ਿਆਦਾ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ। ਇੱਕ ਮੁੰਡਾ ਤੇ ਕੁੜੀ ਦੋਨੋਂ ਵੱਖਰੇ ਵੱਖਰੇ ਧਰਮਾਂ ਦੇ ਆਪਣੇ ਘਰੋਂ ਨਿਕਲ ਜਾਂਦੇ ਨੇ। ਉਸ ਪਿੱਛੇ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਸਾਰਿਆਂ ਨੇ ਦੇਖੀ ਵੀ ਹੈ। ਅਸੀਂ ਥੋੜ੍ਹਾ ਜਿਹਾ ਉਸ ਵਿੱਚ ਜੋ ਚੱਲ ਰਿਹਾ ਹੈ ਉਸ ਵਿੱਚ ਚਾਨਣਾ ਪਾਉਣ ਵਾਸਤੇ ਜੇ ਸਾਰੇ ਅੱਜ ਸਿੱਖ ਕੌਮ ਇੱਥੇ ਇਕੱਠੀ ਹੋਈ ਹੈ। ਸਾਡਾ ਉਸ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਚੀਜ਼ਾਂ ਰੋਜ਼ ਇੱਥੇ ਚੱਲਦੀਆਂ ਨੇ, ਇਸ ਦੁਨੀਆ ਵਿੱਚ ਚੱਲਦੀਆਂ। ਪਾਉਂਟਾ ਸਾਹਿਬ ਵੀ ਹੁੰਦੀਆਂ, ਹੋਰ ਸ਼ਹਿਰਾਂ 'ਚ ਵੀ ਹੁੰਦੀਆਂ, ਹਿਮਾਚਲ ਤੋਂ ਬਾਹਰ ਵੀ ਹੁੰਦੀਆਂ। ਮੁੱਦਾ ਸਾਡਾ ਇਹ ਹੈ ਕਿ ਜਦੋਂ ਵੀ ਕੋਈ ਇਸੇ ਤਰੀਕੇ ਦਾ ਕੋਈ ਮੁੱਦਾ ਹੋਵੇ, ਉਹਦੇ ਵਿੱਚ ਸਿੱਖਾਂ ਦਾ ਜੇ ਕੋਈ ਰੋਲ ਆ ਜਾਂਦਾ ਅਤੇ ਉਸ ਨੂੰ ਕਿਸ ਨਿਗਾਹ ਦੇ ਨਾਲ ਦੇਖਿਆ ਜਾਂਦਾ। ਸਾਡੇ ਥੋੜ੍ਹੇ ਦਿਨ ਪਹਿਲਾਂ ਫੇਸਬੁੱਕ 'ਤੇ ਕੁਛ ਸ਼ਰਾਰਤੀ ਤੱਤਵਾਂ ਨੇ ਇੱਕ ਮੁੰਡੇ ਨੂੰ ਲੈ ਕੇ ਫੇਸਬੁੱਕ 'ਤੇ ਫੋਟੋਆਂ ਪਾਤੀਆਂ। ਉਹਦੇ ਵਿੱਚ ਉਹਨੂੰ ਟਾਰਗੇਟ ਕੀਤਾ ਗਿਆ ਵੀ ਖਾਲਿਸਤਾਨੀ ਹੈ, ਹੋਰ ਪਤਾ ਨਹੀਂ ਉਹਦੇ ਬਾਰੇ ਕੀ ਲਿਖਿਆ ਗਿਆ। ਚਲੋ ਉਹ ਗੱਲ ਆਈ ਗਈ ਹੋ ਗਈ, ਅਸੀਂ ਇਕੱਠੇ ਹੋਏ, ਉਹਦਾ ਓਬਜੈਕਸ਼ਨ ਕੀਤਾ, ਬੰਦੇ ਨੇ ਮਾਫੀ ਮੰਗੀ, ਗੱਲ ਆਈ ਗਈ ਹੋ ਗਈ। ਅੱਜ ਇੱਕ ਪ੍ਰਸ਼ਾਸਨਿਕ ਅਧਿਕਾਰੀ ਜੋ ਕਿ ਇੱਕ ਸੰਵਿਧਾਨਿਕ ਪਦ ਦੇ ਉੱਪਰ ਬੈਠਾ ਹੈ, ਐਸਡੀਐਮ ਦੀ ਪੋਸਟ ਹੈ ਉਹਦੇ ਕੋਲ, ਅਤੇ ਉਹਦੀ ਗਲਤੀ ਸਿਰਫ ਇੰਨੀ ਹੈ ਕਿ ਉਹ ਇੱਕ ਸਿੱਖ ਕੌਮ ਤੋਂ ਬਿਲੋਂਗ ਕਰਦਾ ਹੈ। ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਐਸਡੀਐਮ ਗੁਰਜੀਤ ਸਿੰਘ ਚੀਮਾ ਨੇ ਉੱਥੇ ਜੋ ਵੀ ਐਕਸ਼ਨ ਲਿਆ, ਉਹ ਡੰਡਾ ਚੁੱਕਿਆ, ਕਿਸ ਕਰਕੇ ਚੁੱਕਿਆ, ਉਹ ਇੱਕ ਮੌਕੇ ਦਾ ਅਧਿਕਾਰੀ ਸੀ। ਇੰਨੀ ਉਹਨਾਂ ਕੋਲ ਪਾਵਰ ਹੈ ਕਿ ਉਹ ਉਸ ਮੌਕੇ ਦੇ ਉੱਪਰ ਉਹ ਡੰਡੇ ਨੂੰ ਚੱਕ ਸਕਦੇ ਸੀ, ਡੰਡਾ ਚਲਾ ਵੀ ਸਕਦੇ ਸੀ। ਈਵਨ ਕਿ ਜ਼ਿਆਦਾ ਮੌਕੇ ਦੇ ਉੱਪਰ ਜੇ ਕੋਈ ਹੋਰ ਗੱਲਬਾਤ ਹੁੰਦੀ ਤਾਂ ਗੋਲੀ ਦਾ ਆਰਡਰ ਵੀ ਦੇ ਸਕਦੇ ਸੀ, ਕਿਉਂਕਿ ਮੌਕੇ ਦੇ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਔਨ ਡਿਊਟੀ ਉਸ ਟਾਈਮ ਬੰਦੇ ਉੱਥੇ ਉਪਸਥਿਤ ਸੀ। ਕੁਛ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਸ਼ਰਾਰਤੀ ਬੰਦਿਆਂ ਵੱਲੋਂ ਉਹਨਾਂ ਨੂੰ ਕੀ ਕਹਿ ਕੇ ਟਾਰਗੇਟ ਕੀਤਾ ਜਾ ਰਿਹਾ ਕਿ ਇਹ ਤਾਂ ਖਾਲਿਸਤਾਨੀ ਹੈ। ਅਸੀਂ ਸਿਰਫ ਉਹਨਾਂ ਬੰਦਿਆਂ ਕੋਲੋਂ ਇਹੀ ਗੱਲ ਪੁੱਛਣਾ ਚਾਹੁੰਦੇ ਹਾਂ ਵੀ ਖਾਲਿਸਤਾਨੀ ਕੀ ਹੈ। ਇਹ ਅੱਜ ਸਾਰੀ ਸਿੱਖ ਕੌਮ ਇੱਥੇ ਇਕੱਠੀ ਹੋ ਕੇ ਤੁਹਾਨੂੰ ਇੱਕ ਹੀ ਕੁਐਸਚਨ ਕਰ ਰਹੀ ਹੈ, ਸਾਨੂੰ ਇਹਦਾ ਜਵਾਬ ਚਾਹੀਦਾ ਵੀ ਖਾਲਿਸਤਾਨੀ ਹੈ ਕੀ। ਜਿਹੜਾ ਉੱਠਦਾ ਉਹ ਸਰਦਾਰ ਦੀ ਫੋਟੋ ਪਾ ਕੇ ਉੱਪਰ ਲਿਖ ਦੇਗਾ ਖਾਲਿਸਤਾਨੀ। ਜੇ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਤਾਂ ਖਾਲਿਸਤਾਨੀ, ਮਾੜਾ ਕੰਮ ਕੀਤਾ ਤਾਂ ਖਾਲਿਸਤਾਨੀ। ਇਹ ਸਾਨੂੰ ਖਾਲਿਸਤਾਨੀ ਦਾ ਇੱਕ ਤਾਂ ਮਤਲਬ ਸਮਝਣਾ ਹੈ। ਦੂਸਰੀ ਗੱਲ ਇਹ ਕਿ ਅਸੀਂ ਇਹਨੂੰ ਹੁਣ ਜ਼ਿਆਦਾ ਬਰਦਾਸ਼ਤ ਨਹੀਂ ਕਰਾਂਗੇ। ਇਹ ਘਟਨਾ ਅੱਜ ਪਹਿਲੀ ਨਹੀਂ ਹੈਗੀ। ਇੱਕ ਘਟਨਾ ਇਸੇ ਤਰੀਕੇ ਦੀ ਬੰਗਾਲ ਵਿੱਚ ਹੋਈ ਹੈ। ਔਨ ਡਿਊਟੀ ਐਸਪੀ ਨੂੰ ਧੱਕਾ ਮਾਰ ਕੇ ਉਹਨੂੰ ਖਾਲਿਸਤਾਨੀ ਕਿਹਾ ਜਾਂਦਾ। ਕਿੰਨਾ ਕੁ ਚਿਰ ਸਿੱਖ ਕੌਮ ਇਹ ਸਾਰੀਆਂ ਹਰਕਤਾਂ ਨੂੰ ਬਰਦਾਸ਼ਤ ਕਰਦੀ ਰਹੇਗੀ। ਅੱਜ ਅਸੀਂ ਪਾਉਂਟਾ ਸਾਹਿਬ ਤੋਂ
ਇਹ ਇੱਕ ਮੈਸੇਜ ਦੇਣਾ ਚਾਹ ਰਹੇ ਹਾਂ ਕਿ ਤੁਸੀਂ ਇੱਕ ਪ੍ਰਸ਼ਾਸਨਿਕ ਅਧਿਕਾਰੀ ਦੇ ਖਿਲਾਫ ਤਾਂ ਨਾਅਰੇਬਾਜ਼ੀ ਕਰ ਸਕਦੇ ਹੋ, ਪੂਰੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਉਹਨਾਂ ਦੀ ਕਾਰਗੁਜ਼ਾਰੀ ਪਸੰਦ ਨਹੀਂ ਆਈ, ਪਰ ਤੁਸੀਂ ਇੱਕ ਬੰਦੇ ਨੂੰ ਟਾਰਗੇਟ ਕਰਕੇ, ਉਹਦੀ ਕੌਮ ਨੂੰ ਟਾਰਗੇਟ ਕਰਕੇ ਉਹਦੇ ਖਿਲਾਫ ਨਾਅਰੇਬਾਜ਼ੀ ਨਹੀਂ ਕਰ ਸਕਦੇ। ਇਹਦਾ ਸਾਨੂੰ ਜਵਾਬ ਚਾਹੀਦਾ। ਜਿਨ੍ਹਾਂ ਨੇ ਵੀ ਇਹ ਕੰਮ ਕੀਤਾ, ਜਿਨ੍ਹਾਂ ਵੀ ਚੀਮਾ ਕੀਮਾ ਕੌਣ ਹੈ, ਜਿਨ੍ਹਾਂ ਨੇ ਵੀ ਇਹ ਨਾਅਰੇਬਾਜ਼ੀ ਕੀਤੀ ਹੈ, ਜਿਨ੍ਹਾਂ ਉਹਨੂੰ ਖਾਲਿਸਤਾਨੀ ਕਿਹਾ, ਅਸੀਂ ਪ੍ਰਸ਼ਾਸਨ ਕੋਲੋਂ, ਮਾਨनीय ਮੁੱਖ ਮੰਤਰੀ ਜੀ ਕੋਲੋਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ FIR ਲੌਜ ਕੀਤੀ ਜਾਵੇ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਅਦਰਵਾਈਜ਼ ਨਾਲ ਲਿਖਤ ਵਿੱਚ ਉਹਨਾਂ ਕੋਲੋਂ ਮਾਫੀ ਵੀ ਮੰਗਾਈ ਜਾਵੇ। ਤੇ ਜੇ ਇਹ ਚੀਜ਼ਾਂ ਨਹੀਂ ਹੁੰਦੀਆਂ ਤੇ ਸਾਨੂੰ ਕੋਈ ਹੋਰ ਕਦਮ ਚੁੱਕਣਾ ਪਏਗਾ। ਹੁਣ ਅਸੀਂ ਚੁੱਪ ਬੈਠਣ ਵਾਲੇ ਨਹੀਂ ਆ। ਸਾਨੂੰ ਇਹ ਜਵਾਬ ਚਾਹੀਦਾ ਵੀ ਖਾਲਿਸਤਾਨੀ ਕੀ ਹੈ, ਸਾਨੂੰ ਵੀ ਪਤਾ ਲੱਗੇ ਵੀ ਅਸੀਂ ਕੀ ਆ। ਸਾਨੂੰ ਇਹ ਤਾਂ ਇਹੀ ਕਲੀਅਰ ਨਹੀਂ ਵੀ ਅਸੀਂ ਹੈ ਕੌਣ, ਖਾਲਿਸਤਾਨੀ ਹੈ ਕੀ। ਸਾਨੂੰ ਵੀ ਇਸ ਚੀਜ਼ ਦਾ ਮੀਨਿੰਗ ਚਾਹੀਦਾ, ਸਾਨੂੰ ਮਤਲਬ ਚਾਹੀਦਾ ਇਹਦਾ, ਤੇ ਸਾਨੂੰ ਪਤਾ ਲੱਗੇ ਖਾਲਿਸਤਾਨੀ ਕੀ ਹੈ, ਸਾਨੂੰ ਦੱਸਿਆ ਵੀ ਜਾਵੇ। ਨਾਲ ਸਾਨੂੰ ਇਸ ਗੱਲ ਦਾ, ਇਹ ਜਿਹੜੀ ਹੁਣ ਅਸੀਂ ਮੰਗ ਰੱਖੀ ਹੈ, ਇਹਦਾ ਨਿਪਟਾਰਾ ਕੀਤਾ ਜਾਵੇ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ, ਸਾਰਿਆਂ ਨੂੰ, ਮਾਨनीय ਮੁੱਖ ਮੰਤਰੀ ਜੀ ਨੂੰ ਕਿ ਸਾਨੂੰ ਇਸ ਉੱਪਰ ਜਿਹੜੀ ਅਸੀਂ ਸਾਡੀ ਮੰਗ ਹੈ, ਇਹਨੂੰ ਮੰਗ ਨੂੰ ਮੁੱਖ ਰੱਖਦੇ ਹੋਏ ਤੁਸੀਂ ਇਹਦੇ ਉੱਪਰ ਤਕੜੀ ਕਾਰਵਾਈ ਕਰੋ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੋ। ਉਹਨਾਂ ਦੇ ਖਿਲਾਫ FIR ਵੀ ਲੌਜ ਕਰੋ ਤੇ ਉਹਨਾਂ ਨੂੰ ਅਰੈਸਟ ਵੀ ਕਰੋ, ਉਹਨਾਂ ਕੋਲੋਂ ਮਾਫੀ ਮੰਗਾਓ। ਇਹ 2 ਦਿਨ ਦਾ ਟਾਈਮ ਅਸੀਂ ਦਿੰਦੇ ਹਾਂ। 2 ਦਿਨ ਬਾਅਦ ਨਹੀਂ ਤੇ ਇਹਦਾ ਕੋਈ ਹੋਰ ਰੂਪ ਸਾਹਮਣੇ ਨਜ਼ਰ ਆਏਗਾ। ਸਾਰੀ ਸਿੱਖ ਕੌਮ ਅੱਜ ਤੇ ਥੋੜ੍ਹੇ ਜਿਹੇ ਗਿਣੇ ਚੁਣੇ ਬੰਦੇ ਸਾਡੇ ਨਾਲ ਆਏ, ਲੇਕਿਨ 2 ਦਿਨ ਬਾਅਦ ਅਗਰ ਨਹੀਂ ਆਇਆ ਤੇ ਇਹ ਸਾਰੀ ਇਹਦਾ ਜਿਹੜਾ ਰੂਪ ਹੈ, ਇਹਨੂੰ ਕੋਈ ਉਗਰ ਰੂਪ ਲਿਆ ਜਾਏਗਾ ਤੇ ਸਿੱਖ ਕੌਮ रोड ਤੇ ਇਕੱਠੀ ਹੋ ਕੇ ਇਹਦੇ खिलाफ धरना प्रदर्शन करेगी। धन्यवाद जी। पूर्व मुख्यमंत्री जयराम, किसी बंदे को टारगेट करके आप उसको खालिस्तानी बोलो और उसके खिलाफ गलत बयानबाजी करो। अगर प्रदर्शन हुआ है, आइडेंटिफाई हुए नारे लगाते हुए या सोशल मीडिया पे जो लोग आइडेंटिफाई हो, ये हमारे पास कुछ इसके स्क्रीनशॉट हैं, कुछ वीडियो भी हैं हमारे पास। जयराम जी ने तो मंच से बोला है ना, चीमा कीमा मंच से बोला है कि ये चीमा कीमा कौन है। आप किसी प्रशासनिक अधिकारी को बोल सकते हैं कि SDM चीमा कौन है, मैं उसका नाम नहीं जानता हूँ। चीमा एक कास्ट है, गोत्र है, आप उसका कीमा का करने का क्या मतलब है? कहीं शुरुआत आपका कहना है कि जयराम के हाँ, जयराम ठाकुर जी ने की है। नहीं तो आ जाए। शुरुआत किया है बिंदल जी ने की है। वहाँ उन्होंने पहले बिंदल जी ने बोला है, उसके बाद क्या था वहाँ जो इन्होंने एक धार्मिक क्लेश करना चाहा, पांवटा के अंदर विवाद करना चाहा, वो इस अधिकारी ने होने नहीं दिया। उनकी वो पॉलिसी खत्म होगी क्योंकि वो गुंडे साथ में लेके आए थे नाहन से, वो कहानी इनकी खत्म होगी। अब उन अफसरों में इनको सॉफ्ट टारगेट कौन था? सॉफ्ट टारगेट था SDM, क्योंकि वो सिख कम्युनिटी से बिलोंग करता था, उसको टारगेट करना शुरू कर दिया। मुख्य बात तो यह प्रशासन ने अनुमति क्यों दी? जब पता था ऐसा माहौल है, पुलिस प्रशासन की तरफ से अनुमति क्यों दी गई? ये तो इसका हमारा कोई लेना देना नहीं है। ये तहकीकात का मामला है, ये तो प्रशासन जाने, वो जाने। हमारा मुद्दा तो ये है कि सिख कम्युनिटी को क्यों टारगेट किया जाता है। हमारा मुद्दा ये है। अभी आपके आरोप खाली जयराम ठाकुर का किसके ऊपर है? नारे किसने लगाए बाजार में? हमारे आरोप तो सारे उनके ऊपर हैं जिन्होंने भी ये किया है, जिन्होंने भी नारे लगाए हैं। इन्वेस्टिगेशन की जाए और उनको अरेस्ट किया जाए। हमारी प्रशासन से DSP साहब भी थे, DSP साहब भी थे, उनको नहीं टारगेट किया गया। SP साहब भी थे, SP साहब भी थे वहाँ पे। टारगेट सिर्फ SDM साहब को किया गया। जब डंडा लेकर के SDM साहब चले हैं उस समय वहाँ पर SP साहब भी थे, DSP साहब भी थे, तो उनको क्या? सब जब मौके पे आए थे वहाँ पे SDM चीमा साहब भी थे, DSP साहब से पुलिस प्रशासन सारा था। उस दिन टारगेट किसको किया गया? मुसलमान लोगों को टारगेट किया गया 5 दिन पहले। 5 दिन के बाद आज सिख कम्युनिटी को टारगेट किया गया। इसका क्या मतलब है? सिख कौन है, कहाँ से आए हैं सिख, मुसलमान कहाँ से आए हैं? मुसलमान की हमारे पास बात नहीं, उस दिन टारगेट किया गया, हम उनकी बात कर रहे हैं भाई। 5 दिन के अंदर 2 हादसे होते हैं, तो आज सिख कम्युनिटी को टारगेट किया गया है। चीमा साहब बोल सकते हैं, वो गेस्टेड अफसर है, हिमाचल केडर का अफसर है। वो उसको उस दिन कैसे बोला था अपने 5 दिन पहले कि चीमा साहब भरी पब्लिक के अंदर आपको बोलने का पता नहीं है, बोलना सीखो। एक गेस्टेड अफसर को जो कमांड कर रहे हैं, एक तहसील के अंदर पूरी तहसील को संभाल रहे हैं, उनको ऐसा बोलो ना सामने, ये शोभा नहीं देता। वो CM होने वाले CM है, बड़े बड़े मंत्री है, बड़े नेता है।
और आज जो शब्द उन्होंने कहे चीमा साहब के लिए, ये सिर्फ चीमा साहब एसडीएम के लिए नहीं कहे। एसडीएम के बारे में वो नारे लगाते, मुर्दाबाद जिंदाबाद जो मर्जी लगाते, हमारे को कोई एतराज नहीं था प्रशासन अधिकारी, मगर उन्होंने सिख कम्युनिटी को टारगेट किया है। चीमा वीमा क्या मतलब होता है? हमने भी किसी को बोला, अब भी हम बोल रहे हैं, बिंदल साहब बोल रहे हैं, भूतपूर्व आज इतने इसमें अपने भूतपूर्व श्री जयराम ठाकुर जी चीफ मिनिस्टर को यहाँ पे आना पड़ा, इतना बड़ा हादसा था। इसका मतलब दंगे कौन भड़का रहा है? दंगे भड़काने की कोशिश, ये भी आज भी दंगे भड़काने की कोशिश हुई है। हम इसलिए यहाँ पे इकट्ठे हुए हैं, चंद लोग, पूरी हमने अपनी कम्युनिटी को अभी मैसेज नहीं दिया है, इसलिए इकट्ठे हुए हैं कि कल तो 4 दिन पहले तो उधर दंगे भड़काने का इन्होंने भाषण दिया बिंदल साहब ने, आज पाउंटा में भाषण दे दिया सिख कम्युनिटी के खिलाफ। तो हम लाइव टाइम्स टीवी के लिए पाउंटा साहिब से किरण बाला की रिपोर्ट। त्योहार के इस सुहाने सीजन में गोयल मोटर्स नेटवर्क की सोलन और शिमला स्थित नेक्सा शोरूम में पाई इंडिया की सबसे पसंदीदा गाड़ियों पर खास ऑफर। इग्निस, बिलेनो, फ्रॉन्स, जिमनी और ग्रैंड विटारा जैसी शानदार गाड़ियों को खरीदने का साल का सबसे बेहतर वक्त। नेक्सा का खास ब्लैक एडिशन उपलब्ध है। सभी तरह की गाड़ियों से एक्सचेंज और अपग्रेड ऑफर भी। तो देर किस बात की, आज ही सोलन या शिमला में गोयल मोटर्स के नेक्सा शोरूम में पधारे और पाएं कार खरीदारी का एक कभी ना भूलने वाला सुखद अनुभव।